ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ਾਂ ਦੇ ਮੁਤਾਬਿਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੂਜੇ ਦਿਨ ਸਾਰਾਗੜ੍ਹੀ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਦੀ ਸੇਵਾ ਕਰਨ ਲਈ ਪਹੁੰਚੀ ਹੋਈ ਹੈ। ਸਿੰਘ ਭਾਈ ਪ੍ਰਧਾਨ ਜੀ, ਸੇਵਾ ਲਗਾਈ ਸੀਗੀ, ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਸਨ, ਅੰਤਰਿਮ ਕਮੇਟੀ ਸੇਵਾ ਕਰ ਰਹੀ, ਕੱਲ੍ਹ ਵੀ ਕੀਤੀ ਸੀ, ਅੱਜ ਵੀ ਹੈ, ਅੱਗੇ ਕੀ ਹੈ? ਸੋ ਦੇਖੋ, ਜੋ 2016 ਦੇ ਵਿੱਚ ਤਕਰੀਬਨ ਅੱਜ ਤੋਂ 5 ਸਾਲ ਪਹਿਲਾਂ ਜੋ ਬਹੁਤ ਹੀ ਮੰਦਭਾਗੀ ਘਟਨਾ ਇੱਕ ਵਾਪਰੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਦੀ ਅਗਨ ਭੇਟ ਹੋਏ ਸਨ। ਸਾਡੀ ਜੋ ਪਬਲਿਕੇਸ਼ਨ ਬ੍ਰਾਂਚ ਹੈ ਉੱਥੇ, ਸਾਡੀ ਪ੍ਰੈਸ ਹੈ, ਉੱਥੇ ਹੋਈ ਸੀ ਔਰ ਉਹ ਬਹੁਤ ਹੀ ਮੰਦਭਾਗੀ ਸੀ, ਬੜੀ ਮਾੜੀ ਘਟਨਾ ਹੋਈ ਸੀ। ਸੋ ਉਹਦੇ ਸੰਬੰਧ ਵਿੱਚ ਅਸੀਂ, ਭਾਵੇਂ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੁਲਾਇਆ ਨਹੀਂ ਗਿਆ ਸੀ, ਲੇਕਿਨ ਅਸੀਂ ਆਪਣਾ ਫਰਜ਼ ਸਮਝਦੇ ਹੋਏ, ਆਪਣੀ ਨੈਤਿਕ ਡਿਊਟੀ ਸਮਝਦੇ ਹੋਏ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਏ। ਉਹਨਾਂ ਤੋਂ ਹੱਥ ਜੋੜ ਕੇ ਅਸੀਂ ਗੁਰੂ ਮਹਾਰਾਜ ਤੋਂ ਵੀ ਖਿਮਾ ਜਾਚਨਾ ਕੀਤੀ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਅਸੀਂ ਖਿਮਾ ਜਾਚਨਾ ਕੀਤੀ ਸੀ। ਉਸ ਸਮੇਂ ਜੋ ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਔਰ ਸਾਨੂੰ ਜੋ ਸੇਵਾ ਲਾਈ ਸੀ, ਇੱਕ ਤਾਂ ਇਹ ਸੀ ਕਿ ਪਛਤਾਤਾਪ ਜਿਹੜਾ 2016 ਦੀ ਘਟਨਾ ਦਾ ਕੀਤਾ ਜਾਵੇ। ਉਹ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਸੀਂ ਅਖੰਡ ਪਾਠ ਸਾਹਿਬ ਕਰਵਾ ਕੇ ਕੱਲ੍ਹ ਭੋਗ ਪਾਏ ਗਏ ਨੇ। ਪਛਤਾਤਾਪ ਵਜੋਂ ਅਖੰਡ ਪਾਠ ਕਰਾਇਆ। ਦੂਸਰਾ ਅਖੰਡ ਪਾਠ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੱਲ੍ਹ ਅਸੀਂ ਪ੍ਰਾਰੰਭ ਕਰਵਾਇਆ ਸੀ, ਸਮੁੱਚੀ ਸਾਡੀ ਅੰਤਰ ਕਮੇਟੀ ਨੇ। ਔਰ ਨਾਲ ਦੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਇਹ ਵੀ ਆਦੇਸ਼ ਹੋਇਆ ਸੀ ਕਿ 3 ਦਿਨ ਤੁਸੀਂ ਜਿਹੜੀ ਸਾਰਾਗੜ੍ਹੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜੋ ਇਹ ਰਸਤਾ ਹੈ, ਇਹਦੇ ਉੱਤੇ ਆਪਣੇ ਸੇਵਾ ਕਰਨੀ ਹੈ ਝਾੜੂਆਂ ਦੇ ਨਾਲ। ਕੱਲ੍ਹ ਵੀ ਕੀਤੀ, ਅੱਜ ਵੀ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਤੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ, ਅਜਿਹੀਆਂ ਘਟਨਾ ਅੱਗੇ ਤੋਂ ਨਾ ਵਾਪਰਨ। 328 ਸਰੂਪ ਜਿਹੜੇ ਗੁੰਮ ਹੋਏ ਨੇ, ਉਹਨਾਂ ਨੂੰ ਲੈ ਕੇ ਉਹਨਾਂ ਨੇ ਤੁਸੀਂ ਸਜ਼ਾ ਦੇ ਦਿੱਤੀ ਆਪਣੇ ਕਰਮਚਾਰੀਆਂ ਨੂੰ, ਪਰ ਸੰਗਤਾਂ ਦੀ ਮੰਗ ਹੈ ਕਿ ਉਹ ਕਿੰਨੀ ਦੇਰ ਤੋਂ ਧਰਨਾ ਵੀ ਲਗਾ ਕੇ ਬੈਠੇ ਹੋਈਆਂ ਨੇ, ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਕਿ ਉਹਨਾਂ ਦੀ ਮੰਗ ਦੇ ਉੱਤੇ ਕਿਸ ਤਰ੍ਹਾਂ ਅਸੀਂ ਪਲਾਨ ਕਰ ਰਹੇ ਹਾਂ, ਕੀ ਸੋਚ ਰਹੇ ਹਾਂ ਜਾਂ ਕੋਈ ਹੋ ਰਿਹਾ ਜੀ? ਦੇਖੋ, ਜਿਹੜਾ 328 ਸਰੂਪਾਂ ਦਾ ਮਾਮਲਾ ਹੈ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂਚ ਕਰਵਾਈ ਗਈ ਸੀ। ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਸਮੁੱਚੀ ਸਾਡੀ ਅੰਤਰ ਕਮੇਟੀ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਜਾਂਚ ਕਰਾਈ। ਡਾਕਟਰ ਈਸ਼ਰ ਸਿੰਘ ਦੀ ਜਿਹੜੀ ਕਮੇਟੀ ਹੈ, ਉਹਨਾਂ ਨੇ ਬੜੇ ਡੂੰਘਾਈ ਦੇ ਨਾਲ ਸਾਰੀ ਉਹ ਜਾਂਚ ਕੀਤੀ ਹੈ, 1 ਮਹੀਨਾ ਪੂਰਾ ਲਾਇਆ ਔਰ ਜਿਹਦੇ ਵਿੱਚ 328 ਜਿਹੜੇ ਸਰੂਪ ਸੀ ਔਰ ਜਿਹੜੇ ਸੰਗਤਾਂ ਨੂੰ ਉਸ ਸਮੇਂ ਸਾਡੇ ਕਰਮਚਾਰੀਆਂ ਨੇ ਦਿੱਤੇ ਸੀ ਔਰ ਉਹਨਾਂ ਦੀ ਬਹੁਤ ਵੱਡੀ ਗਲਤੀ ਸੀ। ਉਹਨਾਂ ਨੇ ਰਿਕਾਰਡ ਵਿੱਚ ਵੀ ਹੇਰਾਫੇਰੀ ਕੀਤੀ। ਉਹ ਆਪਣੇ ਲਾਲਚ ਬਸ ਹੋ ਕੇ ਜਿਹੜੀ ਦਰਸ਼ਨੀ ਮਾਇਆ ਸੀ, ਭੇਟਾ ਸੀ, ਉਹ ਆਪਣੇ ਜੇਬਾਂ 'ਚ ਪਾਈ, ਅਮਾਨਤ 'ਚ ਖਿਆਨਤ ਕੀਤਾ ਗਿਆ। ਉਹਨਾਂ ਕਰਮਚਾਰੀਆਂ ਦੀ ਬਹੁਤ ਵੱਡੀ ਇਹ ਅਣਗਹਿਲੀ ਵੀ ਸੀ ਔਰ ਵੱਡੀ ਗਲਤੀ ਵੀ ਸੀ। ਜੋ ਵੀ ਇਹ ਜਾਂਚ ਰਿਪੋਰਟ 16 ਬੰਦਿਆਂ ਨੂੰ ਔਰ ਡਾਕਟਰ ਜਿਹੜਾ ਈਸ਼ਰ ਸਿੰਘ ਨੇ ਦੋਸ਼ੀ ਪਾਇਆ ਗਿਆ ਸੀ, ਉਹਨਾਂ ਦੋਸ਼ੀ ਪਾਏ ਗਏ ਸਾਰੇ ਹੀ ਵਿਅਕਤੀਆਂ ਨੂੰ ਅਸੀਂ ਜਿਹੜੇ ਵੀ ਸਖਤ ਤੋਂ ਸਖਤ ਸਜ਼ਾ ਦੇ ਸਕਦੇ ਸੀ, ਸ਼੍ਰੋਮਣੀ ਕਮੇਟੀ ਨਿਯਮਾਂ ਅਨੁਸਾਰ ਦਿੱਤੀ। ਕਈਆਂ ਨੂੰ ਅਸੀਂ ਨੌਕਰੀ ਤੋਂ ਬਰਖਾਸਤ ਵੀ ਕੀਤਾ ਹੈ, ਕਈਆਂ ਨੂੰ ਮੁਅੱਤਲ ਵੀ ਕੀਤਾ ਵੀ, ਜੋ ਵੀ ਬਣਦੀ ਸਜ਼ਾ ਸਾਰਿਆਂ ਦੀ ਉਹ ਕੀਤੀ ਹੈ, ਕਿਉਂਕਿ ਉਹਨਾਂ ਦੇ ਫੰਡ ਵੀ ਸਾਡੇ ਕੋਲੇ ਨੇ ਔਰ ਅਸੀਂ ਸਾਰੀ ਕਮੇਟੀ ਸੋਚ ਰਹੇ ਹਾਂ ਕਿ ਇਦੋਂ ਵੀ ਸਖਤ ਜਿਹੜੀ ਵੀ ਅਸੀਂ ਦੇ ਸਕਦੇ ਸਜ਼ਾ ਦਈਏ। ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਧਰਨਾ ਦੇ ਕੇ ਕੁਝ ਜਥੇਬੰਦੀਆਂ ਬੈਠੀਆਂ ਨੇ, ਇਹ ਬਹੁਤ ਹੀ ਅਫਸੋਸ ਦੀ ਨਾਕ ਗੱਲ ਹੈ, ਕਿਉਂਕਿ ਇਹ ਕੋਈ ਧਰਨੇ ਦੀ ਥਾਂ ਨਹੀਂ ਹੈ, ਨਾ ਹੀ ਕਿ ਮੁਜ਼ਾਹਰੇ ਕਰਨ ਦੀ ਥਾਂ ਹੈ, ਨਾ ਹੀ ਕੋਈ ਕਿਸੇ ਪ੍ਰਤੀ ਮੰਦੀ ਭਾਸ਼ਾ ਬੋਲਣ ਦੀ ਥਾਂ ਹੈ। ਇਹ ਤਾਂ ਗੁਰੂ ਮਹਾਰਾਜ ਦੀ ਐਸਾ ਮਹਾਨ ਸਥਾਨ ਹੈ ਜਿੱਥੇ ਲੱਖਾਂ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਔਰ ਗੁਰੂ ਮਹਾਰਾਜ ਦਾ ਪਵਿੱਤਰ ਬਾਣੀ ਸਰਵਣ ਕਰਦੇ ਨੇ, ਆ ਕੇ ਸੇਵਾ ਕਰਦੇ ਨੇ। ਸੋ ਮੈਂ ਸਮਝਦਾ ਉਹਨਾਂ ਦੇ ਮਨਾਂ ਨੂੰ ਵੀ ਬਹੁਤ ਬੜੀ ਠੇਸ ਪਹੁੰਚਦੀ ਹੈ ਜਦੋਂ ਇੱਥੇ ਇਸ ਤਰ੍ਹਾਂ ਦਾ ਮਾਹੌਲ ਦੇਖਦੇ ਨੇ ਆ ਕੇ ਕਿ ਇੱਥੇ ਧਰਨੇ ਲਾਏ ਜਾ ਰਹੇ ਨੇ। ਸੋ ਮੈਂ ਬੇਨਤੀ ਕਰਾਂਗਾ ਕਿ ਇਹ ਮਰਿਆਦਾ ਦੇ ਉਲਟ ਹੈ, ਇੱਥੇ ਨਹੀਂ ਧਰਨੇ ਲੱਗਣੇ ਚਾਹੀਦੇ। ਬਾਹਰ ਬਹੁਤ ਥਾਂ ਹੈ ਜਿੱਥੇ ਕੋਈ ਸਿਆਸਤ ਕਰਨੀ ਹੈ, ਬਾਹਰ ਸਿਆਸਤ ਕਰਨ ਵਾਸਤੇ ਬੜੀ ਜਗ੍ਹਾ ਉੱਥੇ ਕੀਤੀ ਜਾਵੇ, ਲੇਕਿਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜੀ ਔਰ ਨਾ ਕੀਤਾ ਜਾਵੇ, ਇਸ ਤਰ੍ਹਾਂ ਦਾ ਮਾਹੌਲ ਨਾ ਬਣਾਇਆ ਜਾਵੇ। ਮੈਂ ਅੱਜ ਵੀ ਅਪੀਲ ਕਰਦਾ ਉਹਨਾਂ ਨੂੰ, ਮਿਲ ਬੈਠ ਕੇ ਜੇ ਕੋਈ ਮਸਲਾ ਮਿਲ ਬੈਠ ਕੇ ਹੀ ਹੱਲ ਹੋਣਾ ਹੈ। ਪ੍ਰਧਾਨ ਜੀ, ਤੁਸੀਂ ਮਰਿਆਦਾ ਦੀ ਗੱਲ ਕੀਤੀ ਹੈ, ਮਰਿਆਦਾ ਦੇ ਮੁਤਾਬਿਕ ਤੁਸੀਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀਗਾ ਕਿ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦਾ FIR ਦਰਜ ਕੀਤੀ ਜਾਏਗੀ, ਪਰ ਤੁਸੀਂ ਉਸ ਤੋਂ ਬਾਅਦ ਆਪਣਾ ਯੂ ਟਰਨ ਲੈ ਲਿਆ, ਤੁਸੀਂ ਉਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਕਰਨ ਦੀ ਗੱਲ ਕਹੀ, ਉਦੋਂ ਮਰਿਆਦਾ ਨਹੀਂ ਸੀ ਆਈ। ਦੇਖੋ, ਮਰਿਆਦਾ ਦੀ ਗੱਲ ਨਹੀਂ, ਠੀਕ ਹੈ, ਅਸੀਂ ਉਹ ਗੱਲ ਕੀਤੀ ਸੀ, ਲੇਕਿਨ ਉਸ ਤੋਂ ਬਾਅਦ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਸਾਨੂੰ ਲਿਖਤੀ ਵੀ ਦਿੱਤਾ, ਸਾਨੂੰ ਟੈਲੀਫੋਨ ਵੀ ਆਏ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਵਨ ਸਰੂਪਾਂ ਦਾ ਮਸਲਾ ਹੈ, ਸਰਕਾਰ ਨੇ ਇਹਦੇ ਵਿੱਚ ਕੁਝ ਨਹੀਂ ਕਰਨਾ। ਹੁਣ ਪਹਿਲਾਂ ਵੀ ਦੇਖ ਲਓ, ਬਰਗਾੜੀ 5 ਸਾਲ ਹੋ ਗਿਆ, ਅਜੇ ਤੱਕ ਕੋਈ ਨਹੀਂ ਲੱਭਿਆ। ਔਰ ਇਸੇ ਤਰ੍ਹਾਂ ਕਲਿਆਣ ਪਿੰਡ ਹੈਗਾ ਸਾਡੇ ਪਟਿਆਲੇ ਦੇ ਨੇੜੇ, ਬਿਲਕੁਲ CM ਦੇ ਨੱਕ ਦੇ ਥੱਲੇ ਹੈ, 6 ਮਹੀਨੇ ਹੋ ਗਏ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਪਾਵਨ ਛੋਟਾ ਸਰੂਪ ਸੀ ਜਿਹੜਾ ਬੜਾ ਇਤਿਹਾਸਕ ਸੀ, ਉਹ ਚੋਰੀ ਹੋਇਆ, ਅਜੇ ਤੱਕ ਨਹੀਂ ਕੱਢ ਸਕੀ ਪੁਲਿਸ ਨੇ। ਇਸ ਵਾਸਤੇ ਕੁਝ ਨਹੀਂ ਕਰਨਾ। ਸਭ ਤੋਂ ਵੱਡੀ ਅਦਾਲਤ ਸਿੱਖ ਕੌਮ ਦੀ ਸ੍ਰੀ ਅਕਾਲ ਤਖਤ ਹੈ ਔਰ ਜਿੰਨੇ ਅਸੀਂ ਸਜ਼ਾ ਦੇ ਸਕਦੇ ਹਾਂ ਆਪਣੇ ਰਵਾਇਤਾਂ ਅਨੁਸਾਰ ਉਸ ਤੋਂ ਸਜ਼ਾ ਮਿਲਣੀ ਚਾਹੀਦੀ ਹੈ।
ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਿਯਮਾਂ ਅਨੁਸਾਰ ਅਸੀਂ ਸਜ਼ਾ ਦੇ ਸਕਦੇ ਹਾਂ, ਸਖਤ ਤੋਂ ਸਖਤ ਸਜ਼ਾ ਉਹਨਾਂ ਵਿਅਕਤੀਆਂ ਨੂੰ ਦਿੱਤੀ ਹੈ ਜਿਹੜੇ ਦੋਸ਼ੀ ਨੇ। ਪ੍ਰਧਾਨ ਜੀ, ਕੋਈ ਹੱਲ ਨਿਕਲ ਸਕਦਾ ਜੀ, ਕਿਉਂਕਿ ਧਰਨਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਹੈ। ਬਿਲਕੁਲ, ਉਹਨਾਂ ਨੂੰ ਵੀ ਅਸੀਂ ਬਾਰ-ਬਾਰ ਅਪੀਲਾਂ ਕਰਦੇ ਹਾਂ ਕਿ ਤੁਸੀਂ ਆ ਕੇ ਬੈਠ ਕੇ ਗੱਲ ਕਰੋ ਸਾਡੇ ਨਾਲ, ਜੇ ਕੋਈ ਮਸਲਾ ਹੱਲ ਹੋ ਸਕਦਾ ਐਡੀ ਕੀ ਗੱਲ ਹੈਗੀ। ਲੇਕਿਨ ਉਹ ਲੋਕ ਸਿਆਸਤ ਨੇ, ਪਤਾ ਨਹੀਂ ਕੌਣ ਉਹਨਾਂ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ, ਕੌਮ ਨੂੰ ਬਦਨਾਮ ਕਰਨ ਵਾਸਤੇ ਕੰਮ ਕਰ ਰਹੀਆਂ ਨੇ। ਜਿਹੜੀ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਕੁਰਬਾਨੀਆਂ ਤੋਂ ਬਾਅਦ ਆਈ ਹੈ, ਸਾਰੇ ਸਿੱਖਾਂ ਦੀ ਬਹੁਤ ਸਰਮੌਰ ਸੰਸਥਾ ਹੈ। ਸੋ ਮੈਂ ਸਮਝਦਾ ਕਿ ਇਹ ਜਿਹੀਆਂ ਗੱਲਾਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਬੈਠ ਕੇ ਸਾਡੇ ਨਾਲ ਗੱਲ ਕਰਨ, ਮਸਲਾ ਹੱਲ ਹੋ ਜਾਏਗਾ। ਸੋ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਸ਼ਚਾਤਾਪ 2016 ਦਾ ਜਿਹੜਾ ਅਗਨੀਕਾਂਡ ਹੋਇਆ ਸੀਗਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨੀ ਭੇਟ ਹੋ ਗਏ ਸਨ, ਉਸ ਦਾ ਪਸ਼ਚਾਤਾਪ ਉਸ ਵੇਲੇ ਦੀ ਕਮੇਟੀ ਵੱਲੋਂ ਨਹੀਂ ਕਰਵਾਇਆ ਗਿਆ ਸੀਗਾ। ਪਸ਼ਚਾਤਾਪ ਪਾਠ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਆਦੇਸ਼ ਦਿੱਤੇ ਨੇ ਕਿ ਗੁਰਦੁਆਰਾ ਰਾਮਸਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਵਾਏ ਜਾਣਗੇ। ਉਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਹੈ, ਉਸ ਨੂੰ ਸਾਰਾਗੜ੍ਹੀ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਦੇ ਸਾਰੇ ਰਸਤੇ ਨੂੰ ਝਾੜੂਆਂ ਦੇ ਨਾਲ ਸਫਾਈ ਕੀਤੀ ਜਾਏਗੀ। ਲੋਂਗੋਵਾਲ ਔਰ ਉਹਨਾਂ ਦੀ ਅੰਤਰਿੰਗ ਕਮੇਟੀ ਅੱਜ ਦੂਸਰੇ ਦਿਨ ਵੀ ਸਾਰਾਗੜ੍ਹੀ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਉਹਨਾਂ ਨੇ ਸਫਾਈ ਕੀਤੀ ਹੈ। ਇੱਥੇ ਲੋਂਗੋਵਾਲ ਸਾਹਿਬ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਮਸਲਾ ਬੈਠ ਕੇ ਹੱਲ ਹੋ ਸਕਦਾ ਹੈ, ਉਹਨੂੰ ਬੈਠ ਕੇ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਸ ਤਰ੍ਹਾਂ ਧਰਨੇ ਨਹੀਂ ਲਗਾਉਣੇ ਚਾਹੀਦੇ। ਚਾਹੇ ਕਿਸੇ ਵੀ ਮਾਮਲੇ ਤੇ ਹੈ, ਯੂ ਟਰਨ ਲੈ ਲਿਆ ਹੈ, ਜਾਂ ਉਹਨਾਂ ਨੇ ਆਪਣੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ FIR ਦਰਜ ਕਰਨ ਦੀ ਗੱਲ ਗਈ ਸੀਗੀ, ਆਪਣਾ ਯੂ ਟਰਨ ਲੈ ਲਿਆ ਹੈ, ਉਸ ਨੂੰ ਵੀ ਮਿਲ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਉਸ ਦੇ ਉੱਤੇ ਮਸਲੇ ਤੇ ਵੀ ਗੱਲ ਕੀਤੀ ਜਾ ਸਕਦੀ ਹੈ, ਪਰ ਉਹ ਕਿਸੇ ਨਾ ਕਿਸੇ ਸਿਆਸੀ ਤਾਕਤ ਦੇ ਪ੍ਰੇਰਿਤ ਨੇ ਔਰ ਇਸ ਕਰਕੇ ਉਹ ਧਰਨਾ ਲਗਾ ਕੇ ਬੈਠੇ ਨੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।